जाप सिमरन समागम 6:15 तो लैके शामी 7 बजे तक हर रोज़ सिमरन होया करेगा। आप संगतां लाहे प्राप्त कर सकते हो। आ हुण पंथ प्रसाद आप जी नूं गुर इतिहास पंथ प्रकाश की कथा सरवण कराया। सत्कारयोग ज्ञानी सुखप्रीत सिंह जी 7 बजे तक। हाँ जी, सुखजीत सिंह जी 96 करोड़ी मुखी। आओ बड़े प्रेम प्यार श्रद्धा भावना नाल पंथ प्रकाश गुर इतिहास गुरु जा सरवण करके लाहे प्राप्त करिए। वाहिगुरु जी का खालसा वाहिगुरु जी की फतेह। वाहिगुरु साहिब जी। गुरु नानक पाद पंकज बंदन, पाद पंकज बंदन। सिमरो अंगद दुख निकंदन। अमरदास हृदय नित ध्यावों, हृदय नित ध्यावों। श्री गुरु रामदास गुण गावों। श्री अर्जन विघ्नन के नासक, विघ्नन के नासक। हर गोबिंद शुभ सुमति प्रकाशक। श्री हर राय नमो कार जोरी, नमो कार जोरी। श्री हर कृष्ण मनाऊं बहोरी। तेग बहादुर परम कृपाला, सतगुर परम कृपाला। श्री गुरु गोबिंद सिंह विसाला। तरों तरा पर पुन पुन सीसा, वाहिगुरु पुन पुन सीसा। बंदो बार बार जगदीसा। जिसमें अमृत ज्ञान है माणक भगत वैराग। श्री गुरु ग्रंथ साहिब उदद बंदो कर अनुराग। कहाँ बुद्ध प्रभ तुष हमारी, बरन सकै महिमा जो तुम्हारी। हम ना सकत कर सिफत तुम्हारी, आप ले हो तुम कथा सुधारी। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। सतनाम वाहिगुरु साहिब जीओ। चौपई जब बाबा जी भए हुशियार, पढ़न बहाए पांदे द्वार। जिम पांदा दियो बाबे पढ़वाए, सो साखी दई मरी सुनाए। जब बाबा जी भए हुशियार, पढ़न बहाए पांदे द्वार। जिम पांदा दियो बाबे पढ़वाए, सो साखी दई
ਮਰੀ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ। ਸਤਿਗੁਰਾਂ ਨੇ ਰਹਿਮਤ ਤਰਸ ਕਰਕੇ ਇਹ ਸਮਾਂ ਬਖਸ਼ਿਆ। ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਆਪ ਸਭ ਸੰਗਤ ਰੋਜ਼ਾਨਾ ਇਸ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਭੇਜੇ ਮਰੀ ਕਪਤਾਨ ਨੂੰ ਭਾਈ ਰਤਨ ਸਿੰਘ ਜੀ ਭੰਗੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਬਾਰੇ ਦੱਸਦੇ ਆ। ਅੱਜ ਦੇ ਦਿਨ ਸਰਵਣ ਕਰਾਂਗੇ ਕੀ ਚੋਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਹੋਸ਼ ਸੰਭਾਲੀ ਸੱਚੇ ਪਾਤਸ਼ਾਹ ਬਾਲ ਰੂਪ ਦੇ ਵਿੱਚ, ਜਵਾਨੀ ਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਫਿਰ ਸਤਿਗੁਰੂ ਉਦਾਸੀਆਂ ਤੇ ਜਾਂਦੇ ਆ, ਉਹ ਆਪਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਵੀ ਸਰਵਣ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਰਸਨਾ ਪਵਿੱਤਰ ਕਰੀਏ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਬ ਬਾਬਾ ਜੀ ਭਏ ਹੁਸ਼ਿਆਰ, ਪੜਨ ਬਹਾਏ ਪਾਂਦੇ ਦਵਾਰ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਮਰੀ ਕਪਤਾਨ ਨੂੰ ਦੱਸਦੇ ਆ ਕਿ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਥੋੜੀ ਜੀ ਬਾਲ ਅਵਸਥਾ ਤੋਂ ਉੱਚੀ ਉਮਰ ਦੇ ਵਿੱਚ ਪ੍ਰਵੇਸ਼ ਕਰਦੇ। ਹੁਸ਼ਿਆਰ ਤੋਂ ਭਾਵ ਹੋਸ਼ ਸਾਂਭਦੇ ਆ। ਤੇ ਜਿਸ ਤਰ੍ਹਾਂ ਬੱਚਾ ਜਵਾਨ ਹੋਵੇ ਥੋੜੀ ਜੀ ਹੋਸ਼ ਸੰਭਾਲੇ ਤੇ ਮਾਪਿਓ ਪੜ੍ਹਨ ਵਾਸਤੇ ਸਕੂਲਾਂ ਦੇ ਵਿੱਚ ਭੇਜਦੇ। ਪੁਰਾਣੇ ਸਮੇਂ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਸਕੂਲਾਂ ਨੂੰ ਮਦਰਸਾ ਵੀ ਕਿਹਾ ਜਾਂਦਾ ਸੀ। ਭਾਰਤ ਦੇਸ਼ ਦੇ ਵਿੱਚ ਮਦਰਸਾ ਸ਼ਬਦ ਵਰਤਿਆ ਜਾਂਦਾ ਸੀ ਸਕੂਲ ਦੇ ਬਾਰੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਸਤਿਗੁਰਾਂ ਨੂੰ ਗੋਪਾਲ ਪੰਥ ਦੇ ਪਾਸ ਪੜਨ ਵਾਸਤੇ ਭੇਜਦੇ ਨੇ। ਜਿਮ ਪਾਂਦਾ ਦਿਓ ਬਾਬੇ ਪੜਵਾਏ। ਤੇ ਕਹਿੰਦੇ ਭੇਜਿਆ ਤੇ ਗੁਰੂ ਨਾਨਕ ਸਾਹਿਬ ਨੂੰ ਗੋਪਾਲ ਪੰਥ ਦੇ ਕੋਲ ਪੜਨ ਵਾਸਤੇ। ਪਰ ਖਾਲਸਾ ਜੀ ਇੱਥੇ ਖੁਦ ਖੁਦਾ ਦੁਨੀਆ ਦਾ ਮਾਲਕ ਆਇਆ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੋਪਾਲ ਪਾਂਦੇ ਨੂੰ ਰੱਬ ਦੀ ਦਰਗਾਹ ਦੇ ਅੱਖਰ ਪੜ੍ਹਾ ਦਿੱਤੇ। ਸਤਿਗੁਰੂ ਨੇ ਬਚਨ ਕੀਤਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਗੋਪਾਲ ਪਾਂਦੇ ਨੂੰ ਕਿ ਜੇ ਲਿਖਣਾ ਤੇ ਪ੍ਰਮਾਤਮਾ ਦੇ ਨਾਮ ਦੇ ਅੱਖਰ ਆਪਣੇ ਸੰਸਾਰ ਦੀ ਮੋਹ ਮਮਤਾ ਨੂੰ ਸਾੜ ਕੇ ਸੰਸਾਰ ਦੀ ਮੋਹ ਮਮਤਾ ਦੀ ਸਿਆਹੀ ਬਣਾ ਕਰਕੇ ਤੇ ਫਿਰ ਗੁਰੂ ਤੋਂ ਪੁੱਛ ਕਰਕੇ ਆਪਣੇ ਮਤ ਦੇ ਕੋਰੇ ਕਾਗਜ਼ ਦੇ ਉੱਤੇ ਕਲਮ ਚਲਾ ਭਾਵਨਾ ਦੀ, ਤੇ ਭਾਵਨਾ ਦੀ ਪ੍ਰੇਮ ਦੇ ਕਲਮ ਦੇ ਨਾਲ ਰੱਬ ਦਾ ਕਿਤੇ ਨਾਮ ਲਿਖ ਲੈ। ਇਹ ਗੋਪਾਲ ਪਾਂਦੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ। ਸੋ ਸਾਖੀ ਦਈ ਮਰੀ ਸੁਨਾਏ। ਭਾਈ ਰਤਨ ਸਿੰਘ ਭੰਗੂ ਜੀ ਨੇ ਇਹ ਸਾਰੀ ਸਾਖੀ ਗੋਪਾਲ ਪਾਂਦੇ ਵਾਲੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਹ ਕੋਤਕ ਮਰੀ ਕਪਤਾਨ ਨੂੰ ਸੁਣਾਉਣੇ ਕੀਤੇ। ਔਰ ਅਚੰਬੇ ਬਹੁਤ ਦਿਖਾਏ। ਕਹਿੰਦੇ ਇੱਕ ਨਹੀਂ ਗੁਰੂ ਨਾਨਕ ਸਾਹਿਬ ਨੇ ਕਿੰਨੇ ਕੇ ਅਚੰਬੇ, ਕਿੰਨੇ ਕੇ ਕੋਤਕ ਵਰਤਾਏ, ਕਿੰਨੇ ਕੇ ਚੋਜ ਵਰਤਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇੱਕ ਜ਼ੁਬਾਨ ਦੁਆਰਾ ਬਿਆਨ ਕਰਨੇ ਨਾਮੁਮਕਿਨ ਨੇ। ਬੜਤ ਗ੍ਰੰਥ ਸਭ ਇਹਾ ਲਿਖਾਏ। ਕਹਿੰਦੇ ਇੱਕ ਜਾਂ ਦੋ ਗ੍ਰੰਥ ਨਹੀਂ, ਜੇ ਗੁਰੂ ਨਾਨਕ ਸਾਹਿਬ ਦੇ ਕੋਤਕਾਂ ਬਾਰੇ ਲਿਖਣ ਲੱਗ ਜਾਵਾਂ ਤੇ ਕਲਮਾਂ ਮੁੱਕ ਜਾਣਗੀਆਂ, ਸਿਆਹੀ ਮੁੱਕ ਜਾਵੇਗੀ, ਕਾਗਜ਼ ਮੁੱਕ ਜਾਣਗੇ। ਪਰ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਇੱਕ ਗ੍ਰੰਥ ਦੇ ਵਿੱਚ ਪੂਰੀ ਲਿਖੀ ਨਹੀਂ ਜਾ ਸਕਦੀ। ਔਰ ਬਾਬੇ ਜਬ ਭਿਆ ਵਿਆਹ ਹੈ। ਤੇ ਕਹਿੰਦੇ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਵਿਆਹ ਯੋਗ ਸਮਝ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਟਾਲੇ ਦੀ ਧਰਤੀ ਦੇ ਉੱਤੇ ਧੰਨ ਮਾਤਾ ਜੀ ਮਾਤਾ ਸੁਲੱਖਣੀ ਜੀ ਦੇ ਨਾਲ ਵਿਵਾਹ ਕਰ ਦਿੱਤਾ। ਭਏ ਬੇਟੇ
ਦੋਨ ਧਰਿਓ ਨਾਏ। ਤਾਂ ਉਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਇੱਕ ਅਤੀ ਸਤਿਕਾਰਯੋਗ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ, ਜਿਨ੍ਹਾਂ ਨੇ ਉਦਾਸੀ ਸੰਪਰਦਾਇ ਦਾ ਮੁੱਢ ਬੰਨਿਆ, ਔਰ ਉਦਾਸੀਨ ਸੰਪਰਦਾਇ ਨੇ ਉਸ ਵਕਤ ਖਾਲਸਾ ਪੰਥ ਦੀ ਸੇਵਾ ਕੀਤੀ, ਜਿਸ ਵਕਤ ਖਾਲਸਾ ਪੰਥ ਜੰਗਲਾਂ ਵਿੱਚ ਰਾਤਾਂ ਗੁਜ਼ਾਰਦਾ ਸੀ, ਸਿਰਾਂ ਦੇ ਮੁੱਲ ਪੈਂਦੇ ਸੀ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਦਾ ਸੀ। ਉਸ ਵਕਤ ਉਦਾਸੀਨ ਸੰਪਰਦਾਇ ਦੇ ਮਹਾਂਪੁਰਖਾਂ ਨੇ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕੀਤੀ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇੱਕ ਫਰਜ਼ੰਦ ਹੋਏ ਧੰਨ ਬਾਬਾ ਸ਼੍ਰੀ ਚੰਦ ਜੀ ਤੇ ਦੂਸਰੇ ਪੁੱਤਰ ਹੋਏ ਬਾਬਾ ਲਖਮੀ ਚੰਦ ਜੀ। ਇਹ ਦੋ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਨਮੇ ਹਨ। ਕਾਲੂ ਹੱਟ ਕਰਾਈ ਲੋੜੈ। ਤਾਂ ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਸ ਤਰ੍ਹਾਂ ਹਰ ਇੱਕ ਪਿਤਾ ਦਾ ਸੁਭਾਅ ਹੁੰਦਾ ਹੈ, ਬੱਚਾ ਜਵਾਨ, ਹਰ ਇੱਕ ਪਿਤਾ ਸੋਚਦਾ ਹੈ ਕਿ ਘਰ ਦੇ ਕੰਮ ਕਰੇ, ਕੋਈ ਕੰਮਕਾਰ ਕਰਨ ਲੱਗ ਜਾਵੇ। ਆਪ ਸਾਰੇ ਬੱਚਿਆਂ ਵਾਲੇ ਸਜਿਓ, ਹਰ ਇੱਕ ਦੇ ਮਨ ਵਿੱਚ ਆਉਂਦਾ ਕੋਈ ਬਿਜ਼ਨਸ ਕਰੇ, ਕੋਈ ਸੰਸਾਰ ਦਾ ਕੰਮ ਕਰੇ। ਤਾਂ ਮਹਿਤਾ ਕਾਲੂ ਜੀ ਵੀ ਸੋਚਦੇ ਨੇ ਕਿ ਮੇਰਾ ਪੁੱਤਰ ਨਾਨਕ ਵੀ ਸੰਸਾਰ ਦਾ ਕਾਰ ਵਿਹਾਰ ਕਰੇ। ਖਟ ਕਰ ਖਾਈਏ ਦਰਬ ਬੋ ਜੋੜੇ। ਤੇ ਇਹ ਕਿਤੇ ਕੋਈ ਧਨ ਖੱਟ ਕਰਕੇ ਲਿਆਵੇ, ਕੋਈ ਧਨ ਇਕੱਠਾ ਕਰੇ, ਅਸੀਂ ਵੀ ਘਰ ਦੇ ਵਿੱਚ ਸੁਖ ਮਾਨੀਏ। ਇਹ ਸੰਸਾਰ ਦੀ ਮਾਇਆ ਵੱਲ ਰੁਚੀ ਵਧਾਵੇ, ਸੰਸਾਰ ਦੇ ਕਾਰ ਵਿਹਾਰ ਵੱਲ ਰੁਚੀ ਵਧਾਵੇ। ਸੋ ਬਾਬਾ ਉਸ ਪੜੇ ਨਾ ਰਾਹੇ। ਪਰ ਕਹਿੰਦੇ ਹੁਣ ਮਹਿਤਾ ਕਾਲੂ ਜੀ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਧਨ ਇਕੱਠਾ ਕਰਨ, ਸੰਸਾਰ ਦੀ ਮਾਇਆ ਇਕੱਠੀ ਕਰਨ। ਪਰ ਬਾਬਾ ਨਾਨਕ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਇਸ ਰਾਹ ਦੇ ਉੱਤੇ ਚੱਲਦੇ ਨਹੀਂ, ਕਿਉਂਕਿ ਸੱਚੇ ਪਾਤਸ਼ਾਹ ਦਾ ਮਾਇਆ ਦੇ ਨਾਲ ਬਹੁਤਾ ਮੋਹ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਤੇ ਖੁਦ ਮਾਇਆ ਬਣਾਉਣ ਵਾਲੇ ਨੇ, ਮਾਇਆ ਵੰਡਣ ਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਤੇ ਲੋਕਾਂ ਦੇ ਉੱਤੇ ਲਟਾਉਣ ਵਾਲੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੰਸਾਰਕ ਕਾਰ ਵਿਹਾਰ ਦੇ ਰਸਤੇ ਤੇ ਨਹੀਂ ਚੱਲਦੇ। ਮਾਤ ਪਿਤਾ ਕਰੇ ਬਾਬੇ ਅਕਾਏ। ਹੁਣ ਮਾਤਾ ਪਿਤਾ ਨੇ ਤੇ ਬੜਾ ਜ਼ੋਰ ਲਾਇਆ ਵੀ ਗੁਰੂ ਨਾਨਕ ਸਾਹਿਬ ਘਰ ਦੇ ਕੰਮ ਕਰਨ, ਕੋਈ ਦੁਨਿਆਵੀ ਕੰਮ ਕਰਨ, ਧਨ ਇਕੱਠਾ ਕਰਨ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੱਬੀ ਰੰਗ ਦੇ ਵਿੱਚ ਭਿੱਜੇ, ਦੁਨੀਆ ਦੇ ਸੰਸਾਰ ਦੇ ਲੋਕਾਂ ਨੂੰ ਰੱਬ ਦੇ ਨਾਮ ਦਾ ਉਪਦੇਸ਼ ਦਿੰਦੇ। ਬਾਬਾ ਬੇਪਰਵਾਹੀ ਕਰੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਬੇਪਰਵਾਹੀ ਮੋਜ ਵਿੱਚ ਰਹਿੰਦੇ ਨੇ। ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੀ। ਸੱਚੇ ਪਾਤਸ਼ਾਹ ਨੂੰ ਪਰਵਾਹ ਨਹੀਂ ਦੁਨੀਆ ਦੀ, ਸੱਚੇ ਪਾਤਸ਼ਾਹ ਨੂੰ ਪਰਵਾਹ ਨਹੀਂ ਦੁਨੀਆ ਦੇ ਬਾਦਸ਼ਾਹਾਂ ਦੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਬੇਪਰਵਾਹੀ ਮੌਜ ਦੇ ਵਿੱਚ ਵਿਚਰਦੇ ਨੇ। ਫੜ ਰਬਾਬ ਸ਼ਬਦ ਉਚਰੇ। ਤੇ ਕਹਿੰਦੇ ਇਕਾਂਤ ਦੇ ਵਿੱਚ ਬੈਠ ਕਰਕੇ ਭਾਈ ਮਰਦਾਨੇ ਨੂੰ ਕਹਿਣਾ, ਛੇੜਵੇ ਮਰਦਾਨਿਆ ਮੇਰੇ ਅਕਾਲ ਦੀ ਰਬਾਬ, ਆ ਬਹਿ ਕੇ ਕਰੀਏ ਮੁਕੰਮਲ ਮੇਰੇ ਸਾਹਿਬ ਦਾ ਸੁੱਚਾ ਖਵਾਬ। ਭਾਈ ਮਰਦਾਨੇ ਨੇ ਰਬਾਬ ਛੇੜਨੀ ਤੇ ਸੱਚੇ ਪਾਤਸ਼ਾਹ ਜੀ ਨੇ ਸਤ ਕਰਤਾਰ ਦੀ ਧੁਨੀ ਛੇੜਨੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰਨੀ, ਰੱਬੀ ਰੰਗ ਦੇ ਵਿੱਚ ਸਰੂਰੇ ਰਹਿਣਾ। ਸਾਤ ਕਰੇ ਮਰਦਾਨੇ ਪਰਚਾਵਾ। ਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਬਾਣੀ ਉਚਾਰਦੇ, ਭਾਈ ਮਰਦਾਨਾ ਜੀ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦੇ। ਤੇ ਭਾਈ ਮਰਦਾਨੇ ਦਾ ਦਿਲ ਕਰਦਾ ਮੈਂ ਬਾਬੇ ਵੱਲ ਵੇਖੀ ਜਾਵਾਂ, ਭਾਈ ਮਰਦਾਨੇ ਦਾ ਦਿਲ ਕਰਦਾ ਮੈਂ ਬਾਬੇ ਦੀ ਬਾਣੀ ਸੁਣੀ ਜਾਵਾਂ। ਖਾਲਸਾ ਜੀ ਕਿੰਨੀ ਕੇ ਮਿੱਠੀ, ਕਿੰਨੀ ਕੇ ਰਸਾਂ ਦੇ ਨਾਲ ਭਰੀ ਹੋਵੇਗੀ, ਅੰਮ੍ਰਿਤ ਦੇ ਨਾਲ ਭਰਪੂਰ ਹੋਵੇਗੀ ਗੁਰੂ ਨਾਨਕ ਸਾਹਿਬ ਦੀ ਬਾਣੀ, ਕਿ ਜਿੰਨੇ ਵੀ ਸੁਣੀ ਹੈ ਉਹਦਾ ਦਿਲ ਕਰਦਾ ਮੈਂ ਬਸ ਬਾਣੀ ਸੁਣੀ ਜਾਵਾਂ। ਕਿਤੇ ਸੁਣਨ ਦੀ ਜਾਚ ਆ ਜਾਵੇ ਤੇ ਖਾਲਸਾ ਜੀ ਬਾਣੀ ਤੋਂ ਵੱਧ ਮਿੱਠਾ ਸੰਸਾਰ ਦੇ ਤਖਤੇ ਤੇ ਕੁਝ ਵੀ ਨਹੀਂ। ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਪ੍ਰਤਾਪੀ ਚਿਹਰੇ ਨੂੰ ਵੇਖਦੇ ਤੇ ਦਿਲ ਕਰਦਾ ਬਾਬਾ ਬਾਣੀ ਗਾਈ ਜਾਵੇ ਤੇ ਮੈਂ ਬਾਬੇ ਦੀ ਬਾਣੀ ਸੁਣੀ ਜਾਵਾਂ। ਲੈਣ ਦੇਣ ਕੁਛ ਰੱਖੇ ਨਾ ਦਾਵਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਲੈਣ ਦੇਣ ਦਾ ਦਾਵਾ ਨਹੀਂ ਰੱਖਦੇ, ਭਾਵ ਮਾਇਆ ਵਾਸਤੇ ਬਾਣੀ ਨਹੀਂ ਉਚਾਰਦੇ। ਇਹ ਨਹੀਂ ਕਿ ਲੋਕ ਮਾਇਆ ਦੇਣਗੇ ਤੇ ਮੈਂ ਬਾਣੀ ਦਾ ਉਪਦੇਸ਼ ਕਰਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੰਸਾਰ ਦੇ ਪਦਾਰਥਾਂ ਨਾਲ ਕੋਈ ਪਕੜ ਨਹੀਂ, ਪਕੜ ਤੋਂ ਨਿਰਲੇਪ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਲੈਣ ਦੇਣ ਦੇ
ਪਕੜ ਦੇ ਵਿੱਚ ਨਹੀਂ, ਪਰਚਾਵੇ ਵਿੱਚ ਨਹੀਂ, ਬਲਕਿ ਲੋਕਾਈ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੋਕਾ ਦਿੰਦੇ ਨੇ, ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੈ ਨਾਉ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਉਚਾਰਦੇ, ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ, ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਲੋਕਾਂ ਨੂੰ ਉਪਦੇਸ਼ ਕਰਦੇ ਕਿ ਭਾਈ ਸੱਜਣੋ, ਰੱਬ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦੋ, ਜੀਵਨ ਦੇ ਵਿੱਚ ਰੱਬ ਦੀ ਅਕਾਲ ਪੁਰਖ ਦੀ ਰਹਿਮਤਾਂ ਦੇ ਮੀਂਹ ਵਰਸਣ ਲੱਗ ਜਾਣਗੇ। ਦੋਹਰਾ ਕਹੇ ਦੀਵਾਨਾ ਆਵੇ ਗਿਓ, ਸੁਣਿ ਆਇਓ ਜੈ ਰਾਮ। ਹੁਣ ਗੁਰੂ ਨਾਨਕ ਸਾਹਿਬ ਤੇ ਰੱਬੀ ਰੰਗ ਦੇ ਵਿੱਚ ਸਰੂਰੇ ਨੇ, ਸੱਚੇ ਪਾਤਸ਼ਾਹ ਬੇਪਰਵਾਹ ਰੰਗ ਦੇ ਵਿੱਚ ਨੇ। ਸੱਚੇ ਪਾਤਸ਼ਾਹ ਸੰਸਾਰ ਦੀਆਂ ਗੱਲਾਂ ਵਿੱਚ ਨਹੀਂ ਉਲਝਦੇ। ਤੇ ਲੋਕ ਕਹਿੰਦੇ ਨੇ ਕਿ ਮਹਿਤਾ ਕਾਲੂ ਦਾ ਪੁੱਤਰ ਜਿਹੜਾ ਨਾਨਕ ਹੈ ਦੀਵਾਨਾ ਹੋ ਗਿਆ, ਬੌਰਾ ਹੋ ਗਿਆ। ਭਇਆ ਦੀਵਾਨਾ ਸਾ ਕਹਾ ਨਾਨਕ ਬੌਰਾਨਾ, ਕੋਈ ਆਖੈ ਭੂਤ ਨਾ ਕੋਈ ਕਹੈ ਬਤਾਲਾ। ਖਾਲਸਾ ਜੀ ਇਹ ਸੱਚ ਹੈ। ਕੋਈ ਭਗਤੀ ਕਰਨ ਲਈ ਚੱਲੇ ਤੇ ਅੱਗੋਂ ਲੋਕ ਸਲਾਉਣ, ਕਹਿੰਦੇ ਹੋ ਨਹੀਂ ਸਕਦਾ। ਭਗਤੀ ਦੇ ਰਾਹ ਤੇ ਤੁਰਨਾ ਇਸ ਤਰ੍ਹਾਂ ਜਿਵੇਂ ਕੰਡਿਆਂ ਦੀ ਸੇਜ ਤੇ ਤੁਰਨਾ ਹੁੰਦਾ। ਇਸੇ ਕਰਕੇ ਭਗਤ ਸਾਹਿਬ ਨੇ ਕਿਹਾ, ਕਬੀਰ ਮੈਂ ਜਾਣਿਓ ਪੜਬੋ ਭਲਾ, ਪੜਬੇ ਸਿਉ ਭਲ ਜੋਗ, ਭਗਤ ਨਾ ਛੋਡੂ ਰਾਮ ਕੀ ਭਾਵੇਂ ਨਿੰਦੋ ਲੋਕ। ਭਾਵੇਂ ਸਾਰਾ ਸੰਸਾਰ ਨਿੰਦਣ ਲੱਗ ਜਾਵੇ, ਮੈਂ ਰੱਬ ਦੀ ਭਗਤੀ ਨਹੀਂ ਛੱਡਾਂਗਾ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਦੀਵਾਨਾ ਮਸਤਾਨਾ ਕਹਿੰਦੇ ਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਰਿਸ਼ਤੇ ਦੇ ਵਿੱਚ ਜੀਜਾ ਜੀ ਲੱਗਦੇ ਨੇ, ਜੈ ਰਾਮ ਜੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਭੈਣ ਨਾਨਕੀ ਦੇ ਵੀਰ ਬਾਰੇ ਲੋਕ ਗੱਲਾਂ ਕਰਦੇ ਆ, ਤੇ ਖੁਦ ਚੱਲ ਕੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਆਏ। ਹੁਤੋ ਬਹਿਣੋ ਸਤਿਗੁਰੈ, ਸੁਲਤਾਨਪੁਰ ਜਿਸ ਥਾਮ। ਸੁਲਤਾਨਪੁਰ ਲੋਧੀ ਦੀ ਧਰਤੀ ਦੇ ਰਹਿਣ ਵਾਲੇ ਨੇ ਭਾਈਆ ਜੈ ਰਾਮ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਰਿਸ਼ਤੇ ਵਿੱਚ ਭਣੋਈਏ ਭਾਵ ਕੇ ਜੀਜਾ ਜੀ ਲੱਗਦੇ, ਭੈਣ ਨਾਨਕੀ ਜੀ ਦੇ ਪਤੀ ਨੇ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਆਏ। ਜੋ ਪਈ ਸੁਲਤਾਨਪੁਰੇ ਹੁਤੋ ਮੁਲਕ ਉਮਰਾਉ। ਉਮਰਾਉ ਨਗਰ ਦਾ ਸੁਲਤਾਨਪੁਰ ਇੱਕ ਹਿੱਸਾ ਸੀ, ਬੜਾ ਵਸਦਾ ਇਹ ਸ਼ਹਿਰ ਸੀ। ਦੌਲਤ ਖਾਨ ਨਾਮ ਕਹੇ ਤਾਹੂ। ਦੌਲਤ ਖਾਨ ਇਸ ਸ਼ਹਿਰ ਦਾ ਨਵਾਬ ਸੀ, ਸੁਲਤਾਨਪੁਰ ਲੋਧੀ ਦੀ ਧਰਤੀ ਦਾ। ਤਿਸੇ ਨਵਾਬ ਸੁਦੀਓ ਮਿਲਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਬੇਪਰਵਾਹੀ ਹਾਲਤ ਵਿੱਚ ਵੇਖਿਆ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹਾਲਾਤਾਂ ਨੂੰ ਵੇਖ ਕੇ ਭਾਈਆ ਜੈ ਰਾਮ ਜੀ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ, ਮੈਂ ਇਹਨਾਂ ਨੂੰ ਆਪਣੇ ਨਗਰ ਲੈ ਜਾਣਾ। ਤੇ ਆਪਣੇ ਨਗਰ ਲਿਜਾ ਕਰਕੇ ਇਹਨਾਂ ਨੂੰ ਦੌਲਤ ਖਾਂ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਦਿਵਾ ਦੇਣਾ। ਇਹ ਕੰਮਕਾਰ ਕਰਨ ਲੱਗ ਜਾਣਗੇ, ਉੱਥੇ ਇਹਨਾਂ ਦਾ ਦਿਲ ਲੱਗ ਜਾਵੇਗਾ, ਇਹਨਾਂ ਦੀ ਰੁਚੀ ਵੱਧ ਜਾਵੇਗੀ। ਖਾਲਸਾ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਗੜ ਮੰਨਿਆ ਜਾਂਦਾ ਸੀ ਵਿਦਿਆ ਦਾ। ਅਰਬੀ ਫਾਰਸੀ ਦਾ ਉੱਥੇ ਗੜ ਹੋਇਆ ਕਰਦਾ ਸੀ। ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ, ਉਹਨੇ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾ ਕੇ ਵਿਦਿਆ ਲਈ ਸੀ। ਬੜੇ ਬੜੇ ਹਾਕਮ, ਵੱਡੇ ਵੱਡੇ ਬਾਦਸ਼ਾਹਾਂ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭੇਜਿਆ ਜਾਂਦਾ ਸੀ ਵਿਦਿਆ ਦੇ ਵਾਸਤੇ। ਸੋ ਭਾਈਆ ਜੈ ਰਾਮ ਜੀ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਲਿਆਏ ਕਿ ਮੈਂ ਦੌਲਤ ਖਾਂ ਦੇ ਨਵਾਬ ਦੇ ਨਾਲ ਮਿਲਾਉਣਾ ਕਰਾਂਗਾ। ਮੋਦੀ ਖਾਨੋ ਉਸ ਦੇ ਉਸ ਪਾਏ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈਆ ਜੈ ਰਾਮ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਲਿਆਏ, ਦੌਲਤ ਖਾਨ ਨਵਾਬ ਦੇ ਨਾਲ ਮਿਲਾਇਆ। ਤੇ ਦੌਲਤ ਖਾਨ ਨਵਾਬ ਦਾ ਮੋਦੀ ਖਾਨਾ ਸੀ, ਜਿਸ ਮੋਦੀ ਖਾਨੇ ਦੇ ਵਿੱਚੋਂ ਫੌਜਾਂ ਨੂੰ, ਫੌਜਦਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਸੀ। ਇਲਾਕੇ ਦੇ ਨਗਰ ਦੇ ਲੋਕ ਵੀ ਉਸ ਥਾਂ ਤੋਂ ਆਪਣਾ ਰਾਸ਼ਨ, ਘਰ ਦਾ ਰਾਸ਼ਨ ਲੈਣ ਵਾਸਤੇ ਆਇਆ ਕਰਦੇ ਸਨ। ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨੌਕਰੀ ਦਿਲਵਾ ਦਿੱਤੀ। ਸਭ ਉਸ ਕੀ ਜੋ ਕਥਾ ਕਥਈਐ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੇ ਮੋਦੀ ਖਾਨੇ ਦੇ ਕੌਤਕਾਂ ਬਾਰੇ ਮੈਂ ਦੱਸਣਾ ਸ਼ੁਰੂ ਕਰਾਂ
ਔਰ ਗ੍ਰੰਥ ਕੋ ਢੂੰਡਤ ਪਈਓ ਤਾਂ ਕਹਿੰਦੇ ਗ੍ਰੰਥ ਬਹੁਤ ਵੱਧ ਜਾਵੇਗਾ, ਪਰ ਹੋਰ ਵੀ ਗ੍ਰੰਥਾਂ ਪੋਥੀਆਂ ਦੇ ਵਿੱਚ ਮੋਦੀਖਾਨੇ ਦੀਆਂ ਸਾਖੀਆਂ ਮਿਲ ਜਾਂਦੀਆਂ ਕਿ ਕਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੋਦੀਖਾਨੇ ਦੇ ਵਿੱਚ ਬੈਠ ਕਰਕੇ ਖਾਲਸਾ ਜੀ 13 ਉਚਾਰਿਆ। ਅਸਲ ਦੇ ਵਿੱਚ ਵੇਖੋ ਅੱਜ 13 ਸ਼ਬਦ ਜ਼ੁਬਾਨ ਤੇ ਹੁੰਦਾ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ 13 ਨਾਮ ਦੇ ਸ਼ਬਦ ਦੇ ਨਾਲ ਬਹੁਤ ਮੁਹੱਬਤ ਕਰਦੀ ਹੈ ਵੀ ਇਹ 13 ਸ਼ਬਦ ਗੁਰੂ ਨਾਨਕ ਸਾਹਿਬ ਦੀ ਰਸਨਾ ਤੇ ਆਇਆ ਹੋਇਆ। ਪਰ ਮੈਂ ਇੱਕ ਬੇਨਤੀ ਕਰਾਂ, ਜਦੋਂ 13 ਸ਼ਬਦ ਗੁਰੂ ਨਾਨਕ ਸਾਹਿਬ ਦੀ ਰਸਨਾ ਤੇ ਆਇਆ ਸੀ ਤੇ ਸੱਚੇ ਪਾਤਸ਼ਾਹ ਦੀ ਅਵਸਥਾ ਇਹ ਸੀ, ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਮੋਦੀ ਖਾਨੇ ਦੇ ਵਿੱਚ ਕਿਸੇ ਨੂੰ ਵੇਖਦੇ ਸੀ ਤੇ ਇਹ ਕਹਿੰਦੇ ਸੀ ਕਿ ਸਜਣਾ ਇਸ ਮੋਦੀ ਖਾਨੇ ਵਿੱਚ ਕੀ ਦੁਨੀਆ ਦੇ ਤਖਤੇ ਤੇ ਮੇਰਾ ਕੁਝ ਵੀ ਨਹੀਂ, ਤੂੰ ਇੱਕ ਵਾਰ ਮੇਰਾ ਹੋ ਕੇ ਵੇਖ, ਮੈਂ ਸਾਰਾ ਕੁਝ ਤੇਰੇ ਤੋਂ ਲੁਟਾ ਦਿਆਂਗਾ। ਇਹ ਸਾਰਾ ਕੁਝ ਤੇਰਾ ਹੈ। 13 ਦੇ ਉੱਤੇ ਆ ਕਰਕੇ ਸੱਚੇ ਪਾਤਸ਼ਾਹ ਨੇ ਰੁਕ ਜਾਣਾ, ਨੇਤਰ ਮੂੰਦ ਲੈਣੇ ਤੇ ਸੱਚੇ ਪਾਤਸ਼ਾਹ ਨੇ ਉਚਾਰਨ ਕਰਨ ਲੱਗ ਜਾਣਾ, ਤੇਰਾ ਕਿ ਸਾਰਾ ਕੁਝ ਹੀ ਤੇਰਾ, ਸੰਸਾਰ ਦੇ ਤਖਤੇ ਤੇ ਮੇਰਾ ਕੁਝ ਵੀ ਨਹੀਂ। ਸੋ ਇਹ ਭਾਵਨਾ ਅੱਜ ਸਿੱਖ ਦੀ ਵੀ ਹੋਵੇ, ਸੰਸਾਰ ਦੀ ਪਕੜ ਘੱਟ ਹੋਵੇ, ਸੰਸਾਰ 'ਚ ਰਵੇ, ਪਰ ਇਹ ਕਵੇ ਬਾਬਾ ਨਾਨਕ ਜੀ ਮੇਰਾ ਕੁਝ ਵੀ ਨਹੀਂ, ਸਾਰਾ ਕੁਝ ਹੀ ਤੇਰਾ ਦਿੱਤਾ ਹੈ। ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਮੈਂ ਕੁਝ ਕਮਾ ਸਕਾਂ, ਕੁਝ ਇਕੱਠਿਆਂ ਕਰ ਸਕਾਂ, ਪਰ ਜੇ ਅੱਜ ਸਵਾਸ ਮਿਲੇ ਨੇ, ਘਰ ਮਿਲਿਆ, ਘਰ ਦੇ ਪਰਿਵਾਰ ਦੇ ਜੀ ਮਿਲੇ ਨੇ ਤੇ ਸੱਚੇ ਪਾਤਸ਼ਾਹ ਤੇਰੀ ਰਹਿਮਤ ਦਾ ਸਦਕਾ ਮਿਲੇ ਨੇ, ਸਾਰਾ ਕੁਝ ਹੀ ਤੇਰਾ ਹੈ। ਜਿਸ ਕੋ ਲੋੜ ਸੁਨਨ ਕੀ ਹੋਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਮੋਦੀ ਖਾਨੇ ਵਾਲੀਆਂ ਸਾਖੀਆਂ ਜੇ ਕੋਈ ਸਰਵਣ ਨੂੰ ਸੁਣਨ ਨੂੰ ਲੋਚਦਾ ਹੋਵੇ ਔਰ ਗ੍ਰੰਥ ਤੇ ਸੁਣ ਲੈ ਸੋਏ। ਭਾਈ ਸਾਹਿਬ ਕਹਿੰਦੇ ਹੋਰ ਵੀ ਗ੍ਰੰਥਾਂ ਦੇ ਵਿੱਚ ਉਹ ਸਾਖੀਆਂ ਮਿਲ ਜਾਂਦੀਆਂ ਨੇ। ਬੀਜ ਮੰਤਰ ਜੋ ਚਾਹੀਅਤ ਲਿਖੀ। ਕਹਿੰਦੇ ਮੈਂ ਬੀਜ ਮੰਤਰ ਦੀ ਤਰ੍ਹਾਂ, ਇੱਕ ਬੀਜ ਦੀ ਤਰ੍ਹਾਂ ਇਸ ਦੇ ਵਿੱਚ ਸਾਖੀ ਮੋਦੀ ਖਾਨੇ ਵਾਲੀ ਲਿਖ ਰਿਹਾ ਹਾਂ। ਸੁਨੋ ਮਰੀ ਸੋ ਜਿਸ ਮੈਂ ਕਹੀ। ਸੋ ਕਹਿੰਦੇ ਮੈਂ ਮਰੀ ਕਪਤਾਨ ਨੂੰ ਜੋ ਜੋ ਦੱਸਿਆ ਉਹ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। ਤੈ ਬਾਬੇ ਦਿਲ ਉਦਾਸੀ ਆਈ। ਮੋਦੀ ਖਾਨੇ ਦੇ ਵਿੱਚ ਰਹਿ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਹਿਰਦਾ ਉਦਾਸੀ ਵਿੱਚ ਚਲਿਆ ਗਿਆ। ਉਦਾਸੀ ਉਹਨੂੰ ਕਹਿੰਦੇ ਨੇ ਜਿਹਦਾ ਸੰਸਾਰ ਦਾ ਮੋਹ ਘਟ ਜਾਵੇ, ਸੰਸਾਰ ਦੀ ਪਕੜ ਘਟ ਜਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੀ ਅਵਸਥਾ ਸਿੱਖਾਂ ਨੂੰ ਦਿੱਤੀ ਹੈ। ਇਸੇ ਕਰਕੇ ਆਨੰਦ ਸਾਹਿਬ ਚ ਰੋਜ਼ਾਨਾ ਪੜ੍ਹਦੇ ਆ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੈਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਲਿਵ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੀ ਹੈ, ਖਾਲਸਾ ਜੀ ਉਹ ਘਰ 'ਚ ਰਹਿ ਕੇ ਵੀ ਗੁਰੂ ਨਾਨਕ ਨੂੰ ਪਾ ਲੈਂਦੇ ਨੇ। ਜਿਨ੍ਹਾਂ ਦੀ ਲਿਵ ਗੁਰੂ ਨਾਨਕ ਨਾਲ ਜੁੜ ਜਾਂਦੀ ਹੈ ਉਹ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕਰਕੇ ਵੀ ਗੁਰੂ ਨਾਨਕ ਨੂੰ ਪਾ ਲੈਂਦੇ ਨੇ। ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸੰਸਾਰ 'ਚ ਰਹਿ ਕੇ ਨਿਰੰਕਾਰ ਮਿਲ ਜਾਂਦਾ ਹੈ। ਸੋ ਭਾਈ ਸਾਹਿਬ ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਦੀ ਅਵਸਥਾ ਉਦਾਸੀ ਵਾਲੀ, ਉਪਰਾਮਤਾ ਵਾਲੀ ਹੋ ਗਈ। ਪਿਓ ਦਾਸ ਕਹੂੰ ਸੁਰਤ ਨ ਲਾਈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਕਾਰ ਵਿਹਾਰ ਤੋਂ ਰੁਚੀ ਹਟਾ ਕਰਕੇ ਨਾਮ ਦੇ ਵਿੱਚ ਸੁਰਤ ਜੋੜਦੇ ਨੇ। ਜਾਤ ਨਦੀ ਥੋ ਨਾਵਣ ਨਿਤ। ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਅੱਜ ਵੀ ਉਸ ਨਦੀ ਦਾ ਪ੍ਰਵਾਹ ਚੱਲਦਾ ਹੈ। ਕਾਲੀ ਵੇਈ ਨਦੀ ਉਸ ਨੂੰ ਆਖਿਆ ਜਾਂਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਮ ਅਨੁਸਾਰ ਰੋਜ਼ਾਨਾ ਇਸ ਨਦੀ ਦੇ ਵਿੱਚ ਜਾਣਾ, ਇਸ ਨਦੀ ਵਿੱਚ ਪ੍ਰਵੇਸ਼ ਕਰਕੇ ਟੁੱਬੀ ਲਾ ਕੇ ਇਸ਼ਨਾਨਾ ਸੋਧਨਾ। ਸਾਥ ਨਫਰ ਹੈ ਰਾਖੇ ਤਿਥ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਖਾਨੇ ਵਿੱਚ ਜਿਹੜੇ ਲੋਕ ਕੰਮ ਕਰਦੇ ਸੀ ਗੁਰੂ ਨਾਨਕ ਸਾਹਿਬ ਨਾਲ, ਉਹਨਾਂ ਵਿੱਚੋਂ ਕੋਈ ਨਾ ਕੋਈ ਸੱਜਣ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਹੋ ਤੁਰਨਾ। ਹੁਣ ਜਦੋਂ ਖਾਲਸਾ ਜੀ ਸਾਹਮਣੇ ਖੁਦ ਖੁਦਾ ਬੈਠਾ ਹੋਵੇ ਤੇ ਦਿਲ ਕਰਦਾ ਇਸ ਰੱਬੀ ਮੂਰਤ ਵੱਲ ਬਾਰ-ਬਾਰ ਵੇਖੀ ਜਾਈਏ। ਜਿਹੜਾ ਗੁਰੂ ਨਾਨਕ ਸਾਹਿਬ ਵੱਲ ਵੇਖਦਾ ਸੀ ਉਹ ਲੋਚਦਾ ਸੀ ਇਸ ਖੁਦਾ ਦੀ, ਇਸ ਬਾਬੇ ਦੀ ਸੰਗਤ ਬਸ ਮੈਂ ਕਦੇ ਛੱਡਾਂ ਹੀ ਨਾ, ਮੈਂ ਕਦੇ ਦੂਰ ਨਾ ਹੋਵਾਂ। ਗੁਰੂ ਨਾਨਕ ਸਾਹਿਬ ਨੇ ਵੇਈ ਨਦੀ ਟੁੱਬੀ ਲਾਣ ਜਾਣਾ ਤਾਂ ਮੋਦੀ ਖਾਨੇ ਦੇ ਵਿੱਚ ਦੂਜੇ ਸੱਜਣ ਜਿਹੜੇ ਕੰਮ ਕਰਦੇ ਸੀ ਉਹਨਾਂ ਵੀ ਬਾਬੇ ਦੇ ਚੋਲੇ ਦਾ ਪੱਲਾ ਪਕੜਨਾ, ਕਲੀਆਂ ਪਕੜਨੀਆਂ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਹੋ ਤੁਰਨਾ। ਉਹਾਂ ਜਾਏ ਬਾਬੇ ਗੋਤੋ ਲਾਇਓ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਵੇਈ ਨਦੀ ਦੇ ਵਿੱਚ ਜਾ ਕਰਕੇ ਟੁੱਬੀ ਲਾਈ।
ਘੜੀ ਪਹਿਲੋ ਨਿਕਸ ਨਾ ਆਇਓ। ਹੁਣ ਕਹਿੰਦੇ ਪਹਿਲਾਂ ਇੱਕ ਘੜੀ ਬੀਤੀ, ਇੱਕ ਪਲ ਬੀਤਿਆ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲੰਮਾ ਸਮਾਂ ਵੇਈ ਨਦੀ ਤੋਂ ਬਾਹਰ ਨਾ ਆਏ। ਦੋਹਰਾ ਉਸੀ ਨਬਰ ਨੇ ਬਿਆਸ ਹੋਏ, ਰੋਲੋ ਦੀਨੋਂ ਪਾਏ। ਸੋ ਕਹਿੰਦੇ ਜਦੋਂ ਇੱਕ ਦਿਨ ਬੀਤ ਗਿਆ ਪੂਰਾ, ਤਾਂ ਜਿਹੜਾ ਸੱਜਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਆਇਆ ਸੀ, ਉਹਨੇ ਵੇਖਿਆ ਵੀ ਬਾਬਾ ਜੀ ਤੇ ਬਾਹਰ ਆਏ ਨਹੀਂ ਵੇਈ ਨਦੀ ਤੋਂ। ਉਹਨੇ ਰੋਲਾ ਪਾ ਦਿੱਤਾ ਵੀ ਸਤਿਗੁਰੂ ਡੁੱਬ ਗਏ ਨੇ। ਇਸ ਤਰ੍ਹਾਂ ਜ਼ੋਰ-ਜ਼ੋਰ ਦੀ ਰੋਲਾ ਪਾਉਣ ਲੱਗ ਪਿਆ ਕਿ ਸਤਿਗੁਰੂ ਨਦੀ ਵਿੱਚ ਗਏ, ਨਾਨਕ ਬਾਬਾ ਨਦੀ ਵਿੱਚ ਗਿਆ ਪਰ ਬਾਹਰ ਨਹੀਂ ਆਇਆ, ਲੱਗਦਾ ਡੁੱਬ ਗਿਆ ਹੈ। ਡੁੱਬਿਓ ਡੁੱਬਿਓ ਕਹਿ ਉਠਿਓ, ਸੁਨ ਦੌਲਤ ਖਾ ਗਿਓ ਧਾਏ। ਕਹਿੰਦੇ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ, ਬਾਬਾ ਨਾਨਕ ਡੁੱਬ ਗਿਆ। ਇਸ ਤਰ੍ਹਾਂ ਕਹਿੰਦਾ ਕਹਿੰਦਾ ਦੌਲਤ ਖਾਂ ਵੱਲ ਭੱਜ ਗਿਆ। ਹੁਣ ਖਾਲਸਾ ਜੀ ਵੇਖਣ ਵਾਲੀ ਆਖੀ ਹੈ ਨਾ, ਹੁਣ ਜਿਹੜਾ ਬਾਬਾ ਨਾਨਕ ਤਾਰਨ ਵਾਸਤੇ ਆਇਆ ਖੁਦ ਡੁੱਬ ਕਿਵੇਂ ਸਕਦਾ? ਕੋਈ ਦਰਿਆ ਦੇ ਵਿੱਚ ਡੁੱਬਦੇ ਬੇੜੇ ਦੇ ਵਿੱਚ ਬੈਠ ਕਰਕੇ ਗੁਰੂ ਨਾਨਕ ਨੂੰ ਪੁਕਾਰ ਲਾਵੇ, ਬਾਬਾ ਨਾਨਕ ਉੱਥੇ ਮੋਢਾ ਲਾ ਕਰਕੇ ਉਸ ਦਾ ਡੁੱਬਦਾ ਬੇੜਾ ਪਾਰ ਕਰਾ ਦਿੰਦਾ। ਤੇ ਉਹੀ ਸੱਜਣ ਮੱਖਣ ਸ਼ਾਹ ਲਬਾਣਾ ਫਿਰ ਕਹਿੰਦਾ ਗੁਰ ਲਾਦੋ ਰੇ ਗੁਰ ਲਾਦੋ ਰੇ। ਬਾਬਾ ਤੇ ਡੁੱਬਦਿਆਂ ਨੂੰ ਪਾਰ ਲਾਉਣ ਆਇਆ, ਬਾਬਾ ਡੁੱਬਿਆ ਨਹੀਂ, ਪਰ ਇੱਕ ਕੌਤਕ ਰਚਾਇਆ, ਇੱਕ ਚੋਜ ਵਰਤਾਇਆ ਗੁਰੂ ਨਾਨਕ ਸਾਹਿਬ ਨੇ। ਸਤਿਗੁਰੂ ਨੇ ਟੁੱਬੀ ਲਾਈ ਤੇ ਖਾਲਸਾ ਜੀ ਉਹ ਸੱਜਣ ਰੋਲਾ ਪਾਉਂਦਾ ਦੌਲਤ ਖਾਂ ਵੱਲ ਵਧਿਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਗਏ, ਟੁੱਬੀ ਲਾਈ ਪਰ ਬਾਹਰ ਨਹੀਂ ਆਏ, ਇੰਜ ਜਾਪਦਾ ਜਿਵੇਂ ਡੁੱਬ ਗਏ। ਚੌਪਈ ਤਾਂ ਜਾਏ ਤਿੰਨ ਜਾਲ ਪਵਾਏ। ਤਾਂ ਕਹਿੰਦੇ ਦੌਲਤ ਖਾਂ ਦੇ ਹੁਕਮਾਂ ਦੇ ਨਾਲ ਜਦੋਂ ਕੋਈ ਡੁੱਬ ਜਾਂਦਾ, ਜਿਸ ਤਰ੍ਹਾਂ ਅੱਜ ਵੀ ਜਾਲ ਸੱਟਿਆ ਜਾਂਦਾ ਉਸ ਦੇ ਸਰੀਰ ਨੂੰ ਲੱਭਣ ਵਾਸਤੇ, ਜਾਲ ਉਸ ਵਕਤ ਵੇਈ ਨਦੀ ਦੇ ਵਿੱਚ ਸੱਟਿਆ ਗਿਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਭਾਲ ਕੀਤੀ ਜਾਵੇ। ਓਏ ਪਿਓ ਤੋਂ ਨ ਹੱਥ ਆਏ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਕਿੱਥੇ ਹੱਥ ਹੁੰਦੇ ਨੇ? ਇਹ ਤੇ ਕਰਤਾ ਹੈ, ਖੁਦਾ ਹੈ। ਇਹ ਜਾਲ ਦੇ ਨਾਲ, ਇਹ ਇਸ ਤਰ੍ਹਾਂ ਦਾਅਵਿਆਂ ਨਾਲ ਲੱਭਿਆ ਨਹੀਂ ਜਾਂਦਾ। ਖਾਲਸਾ ਜੀ ਜਿਹੜਾ ਪਿਆਰ ਨਾਲ ਪੁਕਾਰੇ, ਬਾਬਾ ਖੁਦ ਘਰ ਤੱਕ ਚੱਲ ਕੇ ਚਲ ਜਾਂਦਾ। ਸੋ ਗੁਰੂ ਨਾਨਕ ਸਾਹਿਬ ਨੂੰ ਲੱਭਦੇ ਆ, ਪਰ ਗੁਰੂ ਨਾਨਕ ਸਾਹਿਬ ਤੇ ਸੱਚਖੰਡ ਦੀਆਂ ਯਾਤਰਾਵਾਂ ਕਰ ਰਹੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਹੱਥ ਨਹੀਂ ਆਉਂਦੇ। ਲੋਕ ਕਹੇ ਕਹੂੰ ਪਾਰ ਲੰਘ ਗਿਓ। ਹੁਣ ਜਿਸ ਤਰ੍ਹਾਂ ਅੱਜ ਵੀ ਕਈਆਂ ਦਾ ਬਹੁਤੀ ਵਿਦਿਆ ਪੜ੍ਹ ਕੇ ਮੱਤ ਵੱਜ ਜਾਂਦੀ ਹੈ, ਅੱਜ ਵੀ ਕਈ ਕਿਤਾਬੀ ਗਿਆਨ ਵਾਲੇ ਵਿਦਵਾਨ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਵੇਈ ਨਦੀ ਵਿੱਚ ਗਏ ਤੇ ਵੇਈ ਨਦੀ ਤੋਂ ਪਾਰ ਹੋ ਗਏ। ਪਰ ਖਾਲਸਾ ਜੀ ਪੰਥ ਪ੍ਰਕਾਸ਼ ਚ ਭਾਈ ਰਤਨ ਸਿੰਘ ਭੰਗੂ ਨੇ ਕਿਹਾ ਇਹ ਲੋਕ ਅੱਜ ਹੀ ਨਹੀਂ, ਉਦੋਂ ਵੀ ਕਹਿੰਦੇ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਰ ਲੰਘ ਗਏ ਹੋਣਗੇ। ਜਾਏ ਪਾਰ ਤਿੰਨ ਖੋਜ ਟੰਡਿਓ। ਪਰ ਕਹਿੰਦੇ ਜਦੋਂ ਪਾਰਲੇ ਬੰਨੇ ਨਦੀ ਦੇ ਦੂਸਰੇ ਬੰਨੇ ਵੇਖਿਆ ਤਾਂ ਵੇਖਿਆ ਉੱਥੇ ਪੈਰਾਂ ਦੇ ਨਿਸ਼ਾਨ ਵੀ ਨਹੀਂ ਸਨ, ਤੇ ਦੂਸਰੇ ਕੰਢੇ ਤੇ ਜਾ ਕਰਕੇ ਵੀ ਭਾਲ ਕੀਤੀ ਪਰ ਗੁਰੂ ਨਾਨਕ ਸਾਹਿਬ ਨਜ਼ਰ ਨਹੀਂ ਆਏ। ਖੋਜ ਪਰਛਾਵੇ ਜੁਗਤ ਨਾ ਪਾਈ। ਸੋ ਕਹਿੰਦੇ ਲੱਭਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ, ਪਰ ਸੱਚੇ ਪਾਤਸ਼ਾਹ ਦੀ ਭਾਲ ਨਹੀਂ ਹੁੰਦੀ। ਕਹੇ ਲੋਕ ਰੁੜ ਗਿਓ ਕਿਥਾਈ। ਤਾਂ ਕੁਝ ਲੋਕ ਗੱਲਾਂ ਕਰਦੇ ਨੇ, ਲੱਗਦਾ ਪਾਣੀ ਦੇ ਬਹਾਵ ਦੇ ਨਾਲ ਬਾਬਾ ਨਾਨਕ ਵੀ ਰੁੜ ਗਿਆ ਹੋਏਗਾ। ਜੈ ਰਾਮ ਕਹਿ ਘਰ ਪਿਟਣੋਂ ਪਰਾ। ਕਹਿੰਦੇ ਜਦੋਂ ਭਾਈਆ ਜੈ ਰਾਮ ਜੀ ਦੇ ਘਰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਦੀ ਵਿੱਚ ਗਏ ਤੇ ਸੱਚੇ ਪਾਤਸ਼ਾਹ ਦੀ ਭਾਲ ਕੀਤੀ, ਲੱਭ ਨਹੀਂ ਰਹੇ। ਹੁਣ ਭੈਣ ਨਾਨਕੀ ਜੀ ਨੂੰ ਪਤਾ ਲੱਗਾ ਤੇ ਬੜਾ ਮਨ ਵਿੱਚ ਦੁੱਖ ਆਇਆ ਕਿ ਵੀਰ ਦਾ ਪਤਾ ਕੋਈ ਨਹੀਂ ਲੱਗ ਰਿਹਾ। ਪਰ ਮੈਂ ਬੇਨਤੀ ਕਰਾਂ ਕਿ ਭੈਣ ਨਾਨਕੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੇਵਲ ਭੈਣ ਹੀ ਨਹੀਂ, ਬਲਕਿ ਸੱਚੇ ਪਾਤਸ਼ਾਹ ਤੇ ਭਾਵਨਾ ਰੱਖਣ ਵਾਲੇ ਬੜੇ ਵੱਡੇ ਸਿੱਖ ਵੀ ਹੋਏ ਨੇ, ਜਿਨ੍ਹਾਂ ਨੇ ਰੱਬ ਕਰਕੇ ਆਪਣੇ ਵੀਰ ਗੁਰੂ ਨਾਨਕ ਨੂੰ ਪੂਜਿਆ। ਸੋ ਭਾਈਆ ਜੈ ਰਾਮ ਜੀ ਦੇ ਘਰ ਖਬਰ ਪਹੁੰਚੀ ਤੇ ਸਾਰੇ ਹੀ ਚਿੰਤਤ ਹੋ ਗਏ। ਦੌਲਤ ਖਾਨ ਬਹੁਤ ਸੰਸੇ ਭਰਾ। ਤੇ ਜਿਹੜਾ ਦੌਲਤ ਖਾਨ ਸੀ ਉਹ ਵੀ ਇੱਕਦਮ ਸੰਸੇ ਵਿੱਚ ਪੈ ਗਿਆ, ਹੈਰਾਨ ਹੋ ਗਿਆ ਵੀ ਇਹ ਕੀ ਵਾਪਰ ਗਿਆ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨਦੀ ਵਿੱਚ ਰੁੜ ਸਕਦੇ ਨੇ। ਉਹ ਵੀ ਭੱਜਿਆ ਆਉਂਦਾ ਹੈ। ਇੱਕ ਦਿਨ ਤਬ ਐਸ ਬਿਤੈ। ਕਹਿੰਦੇ ਸਾਰੇ ਸੰਸਾਰ ਦੇ ਉਸ ਨਗਰ ਦੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ।
ਸੋਚਦੇ ਨੇ ਬਾਬਾ ਨਾਨਕ ਕਿੱਥੇ ਗਿਆ। ਇਸ ਤਰ੍ਹਾਂ ਸੋਚਦੇ ਸੋਚਦੇ 2 ਦਿਨ ਬਤੀਤ ਹੋ ਗਏ। ਤੀਜੇ ਦਿਨ ਗੁਰ ਨਿਕਸਤ ਭਏ। ਜਦੋਂ ਤੀਸਰਾ ਦਿਨ ਚੜ੍ਹਿਆ, ਸੂਰਜ ਉਦੇ ਹੋਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਆਉਂਦੇ ਨੇ। ਧੋਤੀ ਕਟ ਮੋਢੇ ਵੈ ਪਰਨੋ। ਸੱਚੇ ਪਾਤਸ਼ਾਹ ਬੇਪਰਵਾਹੀ ਰੰਗ ਦੇ ਵਿੱਚ ਦੀਦਾਰੇ ਕਰੀਏ ਸੱਚੇ ਪਾਤਸ਼ਾਹ ਦੇ ਸੁਰਤ ਦੇ ਨਾਲ। ਵੇਈ ਨਦੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਨਿਕਲੇ। ਮੋਢਿਆਂ ਤੇ ਸੱਚੇ ਪਾਤਸ਼ਾਹ ਦੇ ਪਰਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਨਮੋਲ ਰੋਮ ਉਹ ਜਲ ਦੇ ਨਾਲ ਗਿੱਲੇ ਨੇ। ਸੱਚੇ ਪਾਤਸ਼ਾਹ ਦੇ ਨੇਤਰ ਭਿੱਜੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਚਿਹਰਾ ਬੜਾ ਜਲਾਲੀ ਹੈ, ਲਾਲੀ ਛੱਡ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹੀ ਮੌਜ ਦੇ ਵਿੱਚ ਮੋਢੇ ਤੇ ਪਰਨਾ ਧਰ ਕੇ ਵੇਈ ਨਦੀ ਤੋਂ ਤੀਸਰੇ ਦਿਨ ਬਾਹਰ ਆਉਂਦੇ ਨੇ। ਬੋਲੇ ਨਾ ਜਨ ਖੜੇ ਹੋ ਡਰਨੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਹਰ ਆਏ ਨਦੀ ਤੋਂ, ਕਿਸੇ ਦੇ ਨਾਲ ਸੰਸਾਰਕ ਬਾਤਚੀਤ ਬਿਲਕੁਲ ਵੀ ਨਹੀਂ ਕੀਤੀ। ਭਈ ਖਬਰ ਤਬ ਲੋਕ ਚੱਲ ਆਏ। ਕਹਿੰਦੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਅੱਜ ਤੀਸਰਾ ਦਿਨ ਹੋਇਆ ਤੇ ਬਾਬਾ ਨਾਨਕ ਮੋਢੇ ਤੇ ਪਰਨਾ ਰੱਖ ਕੇ ਵੇਈ ਨਦੀ ਤੋਂ ਬਾਹਰ ਆਇਆ ਤੇ ਕੁਝ ਬੋਲ ਨਹੀਂ ਰਿਹਾ। ਕਹਿੰਦੇ ਸੁਲਤਾਨਪੁਰ ਦੀ ਧਰਤੀ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ। ਆਗੇ ਪਾਛੇ ਚਹਿਤ ਬੁਲਾਏ। ਹੁਣ ਗੁਰੂ ਨਾਨਕ ਸਾਹਿਬ ਦੇ ਅੱਗੇ ਪਿੱਛੇ ਖੜ ਗਏ। ਗੁਰੂ ਨਾਨਕ ਸਾਹਿਬ ਨੂੰ ਵੇਖਦੇ ਆ ਕਿ 3 ਦਿਨ ਕਿੱਥੇ ਸੀ, ਭਾਲ ਕੀਤੀ ਲੱਭਿਆ ਨਹੀਂ। ਗੁਰੂ ਨਾਨਕ ਸਾਹਿਬ ਨੂੰ ਤੱਕੀ ਜਾ ਰਹੇ ਨੇ। ਜੈ ਰਾਮ ਸੁਣ ਕੇ ਤੁਰਤ ਸੁਤਾਇਓ। ਕਹਿੰਦੇ ਜਦੋਂ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਪ੍ਰਗਟ ਹੋ ਕੇ ਬਾਹਰ ਆ ਗਏ ਤੇ ਭਾਈਆ ਜੈ ਰਾਮ ਜੀ ਵੀ ਗੁਰੂ ਨਾਨਕ ਸਾਹਿਬ ਵੱਲ ਦੌੜਦੇ ਆਏ। ਦੌਲਤ ਖਾਨ ਅਚੰਭੋ ਪਿਓ। ਦੌਲਤ ਖਾਨ ਨੂੰ ਵੀ ਪਤਾ ਲੱਗਾ ਕਿ ਅੱਜ ਬਾਬਾ ਨਾਨਕ ਜੀ ਵੇਈ ਨਦੀ ਤੋਂ ਆਪਣੇ ਆਪ ਬਾਹਰ ਨੂੰ ਆਏ। ਦੌਲਤ ਖਾਨ ਨੂੰ ਵੀ ਬੜਾ ਅਚੰਭਾ ਹੋਇਆ, ਹੈਰਾਨੀ ਹੋਈ। ਦੋਹਰਾ ਦੌਲਤ ਖਾਨ ਪੀਜਾ ਪੁਜੇ ਲਿਓ ਸਾਥ ਲਵਾਏ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਨਵਾਬ ਦੌਲਤ ਖਾਨ ਵੀ ਪਹੁੰਚਿਆ, ਪਰ ਗੁਰੂ ਨਾਨਕ ਸਾਹਿਬ ਤਾਂ ਰੱਬੀ ਰੰਗ ਦੇ ਵਿੱਚ ਨੇ। ਸੱਚੇ ਪਾਤਸ਼ਾਹ ਨੇ ਸੰਸਾਰ ਦੀਆਂ ਗੱਲਾਂ ਬਾਤਾਂ ਨਹੀਂ ਕੀਤੀਆਂ। ਮਹਾਰਾਜ ਨੇ ਸਾਰੀ ਲੋਕਾਈ ਵੱਲ ਵੇਖ ਕੇ ਨੇਤਰਾਂ ਦੇ ਵਿੱਚ ਜਲਾਲੀ ਸੀ ਖਾਲਸਾ ਜੀ। ਸੱਚੇ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ। ਇੱਕ ਵਾਰ ਸਾਰੇ ਪੜ੍ਹੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਚੇ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਇੱਕ ਓੰਕਾਰ ਦੀ ਧੁਨੀ ਛੇੜੀ, ਕਹਿੰਦੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰੱਬੀ ਰਹਿਮਤਾਂ ਦੇ ਮੀਂਹ ਵਰਸਣ ਲੱਗ ਪਏ। ਬਾਬੇ ਮੋਹ ਕੁਛ ਨਾ ਕਰੇ ਰਿਓ ਖਾਨ ਮੋਹਿ ਪਾਏ। ਕਹਿੰਦੇ ਹੁਣ ਸਾਰੇ ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਪਰ ਸੱਚੇ ਪਾਤਸ਼ਾਹ ਖਾਮੋਸ਼ੀ ਵਿੱਚ ਨੇ। ਚੌਪਈ ਤਬ ਦੌਲਤ ਨੇ ਹਕੀਮ ਬੁਲਾਏ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਾਮੋਸ਼ੀ ਵਿੱਚ ਵੇਖ ਕਰਕੇ ਨਵਾਬ ਦੌਲਤ ਖਾਂ ਸੋਚਦਾ ਸ਼ਾਇਦ ਸਦਮੇ ਵਿੱਚ ਨੇ, ਬਿਮਾਰ ਨੇ। ਤਾਂ ਸੱਚੇ ਪਾਤਸ਼ਾਹ ਦੀ ਹਾਲਤ ਨੂੰ ਵੇਖ ਕੇ ਦੌਲਤ ਖਾਂ ਹਕੀਮ ਬੁਲਾਉਂਦਾ, ਵੈਦ ਬੁਲਾਉਂਦਾ। ਮਤ ਕਤ ਨਾਨਕ ਰੋਗ ਸੰਤਾਏ। ਤੇ ਸੱਚੇ ਪਾਤਸ਼ਾਹ ਉਸ ਵੈਦ ਨੂੰ ਹਕੀਮ ਨੂੰ ਵੇਖ ਕੇ ਫਿਰ ਰੋਗ ਦੱਸਦੇ ਕਿ ਅਸਲੀ ਰੋਗ ਕੀ ਹੈ। ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਨੂੰ ਸਰੀਰਕ ਰੋਗ ਨਹੀਂ ਹਕੀਮ ਜੀ, ਮੈਨੂੰ ਰੋਗ ਹੈ, ਮੈਂ ਬਿਮਾਰ ਹਾਂ, ਪਰ ਮੈਨੂੰ ਸੰਸਾਰਿਕ ਰੋਗ ਨਹੀਂ, ਮੈਨੂੰ ਆਤਮਿਕ ਰੋਗ ਹੈ। ਕਿਉਂਕਿ ਆਤਮਾ ਦਾ ਪਰਮ ਆਤਮਾ ਤੋਂ ਸਦੀਆਂ ਤੋਂ ਵਿਛੋੜਾ ਪੈ ਚੁੱਕਿਆ। ਬਾਬੇ ਨਾਨਕ ਨੂੰ ਰੋਗ ਨਹੀਂ ਸੀ, ਕਿਉਂਕਿ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ। ਸਤਿਗੁਰ ਜੋਗੀ ਸਤਿਗੁਰੂ ਤੇ ਰੋਗਾਂ ਤੋਂ ਰਹਿਤ ਹੈ। ਪਰ ਗੁਰੂ ਨਾਨਕ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਸਨ, ਸੱਜਣਾ, ਜਦੋਂ ਤੇਰਾ ਸਰੀਰ ਬਿਮਾਰ ਹੁੰਦਾ ਹੈ ਤੂੰ ਡਾਕਟਰਾਂ ਵੱਲ ਭੱਜਦਾ ਹੈ, ਹਸਪਤਾਲਾਂ ਵੱਲ ਭੱਜਦਾ ਹੈ। ਤੇਰੀ ਆਤਮਾ ਸਦੀਆਂ ਤੋਂ ਬਿਮਾਰ ਹੈ, ਤੂੰ ਕਦੇ ਇਲਾਜ ਹੀ ਨਹੀਂ ਕਰਾਇਆ। ਕਦੇ ਇਹਦਾ ਇਲਾਜ ਆ ਕੇ ਸਤਿਗੁਰੂ ਤੋਂ ਕਰਾ। ਸਤਿਗੁਰੂ ਵੈਦ ਹੈ ਪ੍ਰਭ ਜੀ, ਤੂੰ ਮੇਰੋ ਸੁਖ ਦਾਤਾ,
ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਸੱਚੇ ਪਾਤਸ਼ਾਹ ਵੈਦ ਨੇ ਦਵਾਈ ਦਿੰਦੇ ਨੇ, ਦਵਾਈ ਦਿੰਦੇ ਨੇ RAM ਨਾਮ ਔਖਦ ਦੀਆ ਏਕਾ ਲਿਵ ਲਾਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵੈਦ ਬਣ ਕੇ ਦਵਾਈ ਦਿੰਦੇ ਆ ਰੱਬ ਦੇ ਨਾਮ ਦੀ, ਜਿਹੜੀ ਸਾਡੀ ਅੰਤਰ ਆਤਮਾ ਦਾ ਇਲਾਜ ਕਰਦੀ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਸਰੀਰਕ ਰੋਗ ਨਹੀਂ, ਅੱਜ ਆਤਮਿਕ ਰੋਗ ਹੈ, ਪਰਮ ਆਤਮਾ ਤੋਂ ਵਿਛੋੜਾ ਪਿਆ ਹੈ। ਅਗਿਓ ਬਾਬੇ ਵੈਦ ਸਮਝਾਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਉਸ ਵੈਦ ਨੂੰ ਸਮਝਾਉਣਾ ਕਰਦੇ ਨੇ। ਉਹ ਫਿਰ ਦੌਲਤ ਮਨ ਪਤੀ ਆਇਆ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਹ ਦਰਗਾਹੀ ਬਚਨ ਦੌਲਤ ਖਾਂ ਨੇ ਸੁਨੇ, ਉਹ ਗੁਰੂ ਨਾਨਕ ਸਾਹਿਬ ਦਾ ਪਹਿਲਾਂ ਹੀ ਸ਼ਰਧਾਲੂ ਸੀ, ਉਹਦਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੋਰ ਵੀ ਪ੍ਰੇਮ ਵੱਜ ਗਿਆ। ਮੁੱਲਾ ਕਾਜੀ ਬਾਬੇ ਸੁਖ ਹੈ। ਹੁਣ ਸ਼ਹਿਰ ਦਾ ਨਵਾਬ ਦੌਲਤ ਖਾਂ ਬਾਬੇ ਦਾ ਮੁਰੀਦ ਹੋ ਗਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਹੋ ਗਈ। ਪਰ ਖਾਲਸਾ ਜੀ ਇਰਖਾਲੂ ਕਾਜੀ ਮੁੱਲਾ ਉਹ ਦੌਲਤ ਖਾਂ ਨਵਾਬ ਦੇ ਕੰਨ ਭਰਨ ਲੱਗ ਪਏ। ਦ੍ਰਿਸ਼ਟ ਬੰਦ ਗਰ ਜਾਦੂ ਕਹੇ, ਕਹਿਣ ਲੱਗੇ ਦੌਲਤ ਖਾਂ ਨੂੰ ਜਾ ਕੇ ਕਿ ਇਹ ਕੋਈ ਪੀਰ ਨਹੀਂ, ਇਹ ਕੋਈ ਫਕੀਰ ਨਹੀਂ, ਇਹ ਤਾਂ ਸਾਨੂੰ ਜਾਦੂਗਰ ਜਾਪਦਾ। ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਇਹ ਸ਼ਬਦ ਵਰਤਦੇ, ਕਿਉਂਕਿ ਜਿਨ੍ਹਾਂ ਦੀ ਦੁਕਾਨ ਝੂਠ ਦੀ ਹੋਵੇ ਸੱਚ ਦੀ ਦੁਕਾਨ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਇਹੋ ਕਾਰਨ ਹੈ ਜਿਹੜੇ ਅੱਜ ਗੁਰੂ ਘਰਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਕਰਦੇ ਨੇ, ਉਹਨਾਂ ਦੀਆਂ ਦੁਕਾਨਾਂ ਝੂਠ ਦੀਆਂ ਨੇ। ਉਹ ਭਾਵੇਂ ਆਪਣੇ ਡੇਰਿਆਂ ਦਾ ਨਾਮ ਸੱਚਾ ਸੌਦਾ ਰੱਖਣ, ਪਰ ਹੁੰਦੇ ਝੂਠੇ ਸੌਦੇ ਨੇ, ਕਿਉਂਕਿ ਅਸਲ ਵਿੱਚ ਸੱਚਾ ਸੌਦਾ ਜੇ ਕਿਸੇ ਨੇ ਕੀਤਾ ਤੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੱਚਾ ਸੌਦਾ। ਖਾਲਸਾ ਜੀ ਕਾਜੀ ਮੁੱਲਾ ਜਾ ਕੇ ਦੌਲਤ ਖਾਂ ਨੂੰ ਕਹਿੰਦੇ ਕੋਈ ਪੀਰ ਫਕੀਰ ਨਹੀਂ, ਇਹ ਤਾਂ ਸਾਨੂੰ ਜਾਦੂਗਰ ਜਾਪਦਾ ਹੈ। ਉਨਕੀ ਦੌਲਤ ਮਨੀ ਨਾ ਬਾਤ, ਪਰ ਦੌਲਤ ਖਾਂ ਦਾ ਗੁਰੂ ਨਾਨਕ ਸਾਹਿਬ ਤੇ ਬੜਾ ਭਰੋਸਾ ਸੀ, ਉਹਨੇ ਨਹੀਂ ਕਾਜੀ ਮੁੱਲਾਂ ਦੀ ਗੱਲ ਸੁਣੀ। ਇਹ ਸੱਚ ਹੈ, ਜਿਹੜੇ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੋਵੇ, ਸਾਹਮਣੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਭਰੋਸਾ ਤੋੜਨ ਦਾ, ਪਰ ਸਿੱਖ ਦਾ ਬੰਦ-ਬੰਦ ਤੇ ਕੱਟਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਨਹੀਂ ਜੇ ਟੁੱਟਦਾ। ਸਿੱਖ ਦਾ ਸੀਸ ਧੜ ਤੋਂ ਜੁਦਾ ਹੋ ਜਾਂਦਾ ਹੈ, ਸਿੱਖ ਦਾ ਸਰੀਰ ਚਰਖੜੀ ਤੇ ਚੜ ਜਾਂਦਾ ਹੈ, ਪਰ ਖਾਲਸਾ ਜੀ ਸਿੱਖ ਦਾ ਗੁਰੂ ਤੋਂ ਭਰੋਸਾ ਨਹੀਂ ਟੁੱਟਦਾ। ਇਸੇ ਤਰ੍ਹਾਂ ਨਵਾਬ ਦੌਲਤ ਖਾਂ ਦਾ ਵੀ ਗੁਰੂ ਨਾਨਕ ਸਾਹਿਬ ਤੋਂ ਭਰੋਸਾ ਨਹੀਂ ਟੁੱਟਿਆ। ਉਸ ਬਾਬੇ ਪਰ ਭਿਓ ਇਤਕਾਤ, ਉਹਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੋਰ ਵੀ ਅਟੁੱਟ ਹੋ ਗਿਆ, ਹੋਰ ਵੀ ਪਿਆਰ ਚਰਨਾਂ ਦੇ ਨਾਲ ਵੱਜ ਗਿਆ। ਯਹ ਪੂਰਨ ਪੁਰਸ਼ ਅਵਤਾਰੀ, ਤੇ ਸਾਰਿਆਂ ਨੂੰ ਕਹਿੰਦਾ ਇਹ ਗੁਰੂ ਨਾਨਕ ਸਾਹਿਬ ਸੱਚ ਹੈ, ਕੋਈ ਮਾਮੂਲੀ ਪੀਰ ਨਹੀਂ, ਇਹ ਰੱਬੀ ਅਵਤਾਰ ਹੈ, ਇਹ ਪੂਰਨ ਪੁਰਸ਼ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਇਹ ਖੁਦਾ ਦਾ ਰੂਪ ਹੈ। ਭਿਓ ਮਰੀਦ ਵਹਿ ਸਨ ਪਟਵਾਰੀ, ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਰੀਦ ਹੋ ਗਿਆ, ਸ਼ਰਧਾਲੂ ਹੋ ਗਿਆ। ਹਿੰਦੂ ਤੁਰਕ ਬਾਬੇ ਕੋ ਸਮਸਰ, ਕਹਿੰਦੇ ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ ਸੀ, ਸਾਰੇ ਬਾਬੇ ਦੇ ਮੁਰੀਦ ਹੋ ਗਏ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਬਾਬਾ ਨਾਨਕ ਸ਼ਾਹ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਮੁਰਸ਼ਦ ਨੇ, ਹਿੰਦੂ ਕੋ ਗੁਰੂ ਮੁਸਲਮਾਨ ਕੋ ਪੀਰ। ਇਹਨਾਂ ਨੂੰ ਹਿੰਦੂਆਂ ਨੇ ਗੁਰੂ ਮੰਨਿਆ, ਮੁਸਲਮਾਨਾਂ ਨੇ ਪੀਰ ਮੰਨਿਆ ਤੇ ਗੁਰੂ ਕਿਹਾ ਸਿੱਖਾਂ ਨੇ ਰੱਬ ਹੀ ਮੰਨਿਆ। ਖਾਲਸਾ ਜੀ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਗੁਰੂ ਨਾਨਕ ਸਾਹਿਬ ਧਰਮ ਦੇ ਵਿਤਕਰੇ ਨਾਲ ਨਹੀਂ ਵੇਖਦੇ, ਬਲਕਿ ਹਰ ਇੱਕ ਨੂੰ ਰੱਬ ਦਾ ਬੰਦਾ, ਖੁਦਾ ਦਾ ਬੰਦਾ ਸਮਝ ਕਰਕੇ ਮੁਹੱਬਤ ਕਰਦੇ ਤੇ ਬਰਾਬਰ ਸਮਝਦੇ ਨੇ। ਓਏ ਮਰੀਦ ਆਏ ਸੋ ਇਮ ਕਰ, ਸੋ ਹਰ ਇੱਕ ਮਜ਼ਹਬ ਦਾ ਪੈਰੋਕਾਰ, ਹਰ ਇੱਕ ਧਰਮ ਦਾ ਮੁਰੀਦ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਭਰੋਸਾ ਰੱਖ ਕੇ ਸਤਿਗੁਰਾਂ ਦਾ ਮੁਰੀਦ ਬਣਦਾ ਹੈ। ਦੋਵਾਂ ਕੋ ਗੁਰ ਸੱਚ ਦ੍ਰਿੜਾਵੇ, ਕਹਿੰਦੇ ਭਾਵੇਂ ਹਿੰਦੂ ਆਵੇ ਮੁਸਲਮਾਨ ਆਵੇ, ਸੱਚੇ ਪਾਤਸ਼ਾਹ ਸੱਚ ਦਾ ਉਪਦੇਸ਼ ਕਰਦੇ। ਇਹ ਸੱਚ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਹਰ ਇੱਕ ਨੂੰ ਸੱਚ ਦਾ ਉਪਦੇਸ਼ ਕਰਦੇ ਆ। ਜੇ ਪੰਡਤ ਆਵੇਗਾ ਮਹਾਰਾਜ ਕਹਿਣਗੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, RAM ਨਾਮ ਆਤਮ ਮੇ ਸੋਧੈ। ਪੰਡਤ ਉਹ ਹੈ ਜਿਹੜਾ ਹਿਰਦੇ ਵਿੱਚ ਰੱਬ ਦਾ ਨਾਮ ਸੋਧ ਲਵੇ। ਤੇ ਜੇ ਮੁਸਲਮਾਨ ਮੋਮ ਦਿਲ ਹੋਵੇ, ਕਹਿੰਦੇ ਮੁਸਲਮਾਨ ਕੱਟੜ ਨਹੀਂ, ਮੁਸਲਮਾਨ ਤੇ ਮੋਮ ਵਰਗਾ ਹੁੰਦਾ, ਸਾਰਿਆਂ ਨਾਲ ਹੀ ਪਿਆਰ ਕਰਦਾ, ਸਾਰਿਆਂ ਨਾਲ ਮੁਹੱਬਤ ਕਰਦਾ।
ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਵਰਨਾ ਕੋ ਸਾਂਝਾ। ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ। ਜ਼ੁਲਮ ਕਰਨ ਤੈ ਦੋਹਨ ਹਟਾਵੇ। ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਭਾਈ ਜੇ ਧਰਮੀ ਬਣਨਾ ਤੇ ਜ਼ੁਲਮ ਕਰਨਾ ਛੱਡੋ, ਦਇਆ ਕਰਨੀ ਸਿੱਖੋ, ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਸੱਚੇ ਪਾਤਸ਼ਾਹ ਨੇ ਬਚਨ ਕੀਤਾ ਪਹਿਲਾਂ ਦਇਆ ਆਵੇਗੀ ਤੇ ਤਾਂ ਧਰਮ ਆਵੇਗਾ, ਕਿਉਂਕਿ ਦਇਆ ਧਰਮ ਦੀ ਮਾਂ ਹੈ। ਜੇ ਮਾਂ ਨਾ ਹੋਵੇ ਪੁੱਤਰ ਨਹੀਂ ਆ ਸਕਦਾ, ਜੇ ਦਇਆ ਨਾ ਹੋਵੇ ਤੇ ਧਰਮ ਨਹੀਂ ਆ ਸਕਦਾ। ਜੇ ਰੱਬ ਨਾਲ ਪਿਆਰ ਕਰਨਾ ਪਹਿਲਾਂ ਰੱਬ ਦੇ ਬੰਦਿਆਂ ਨਾਲ ਪਿਆਰ ਕਰ, ਰੱਬ ਦੀ ਬਣਾਈ ਦੁਨੀਆ ਨਾਲ ਪਿਆਰ ਕਰ। ਜਿੱਦਣ ਰੱਬ ਦੇ ਬਣਾਏ ਬੰਦਿਆਂ ਨਾਲ ਪਿਆਰ ਹੋ ਗਿਆ ਸੱਜਣਾ, ਤੇਰਾ ਰੱਬ ਨਾਲ ਵੀ ਪਿਆਰ ਫਿਰ ਪ੍ਰਵਾਨ ਹੋ ਜਾਵੇਗਾ। ਸੋ ਗੁਰੂ ਨਾਨਕ ਸਾਹਿਬ ਦੋਨਾਂ ਨੂੰ ਹੀ ਦਇਆ ਦਾ ਸਬਕ ਸਿਖਾਉਂਦੇ ਤੇ ਜ਼ੁਲਮ ਕਰਨ ਤੋਂ ਹਟਾਉਂਦੇ ਨੇ। ਜਿਮ ਜਿਮ ਬਰਕਤ ਭਈ ਮਸ਼ਹੂਰੋ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਰਹਿਮਤਾਂ ਵਰਤਾਉਂਦੇ, ਬਖਸ਼ਿਸ਼ਾਂ ਵਰਤਾਉਂਦੇ, ਸੱਚੇ ਪਾਤਸ਼ਾਹ ਦੀ ਜੈ ਜੈਕਾਰ ਮਸ਼ਹੂਰ ਹੋਣ ਲੱਗ ਪਈ। ਆਏ ਲੋਕ ਬਹੁ ਸੁਨ ਸੁਨ ਦੂਰੋਂ। ਕਹਿੰਦੇ ਦੂਰ ਦੁਰੇਡਿਓਂ ਸੰਗਤਾਂ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਵਡਿਆਈਆਂ ਸੁਣ ਕੇ, ਸਿਫਤਾਂ ਸੁਣ ਕੇ ਬਾਬੇ ਨਾਨਕ ਦੇ ਦੀਦਾਰੇ ਵਾਸਤੇ ਆਉਂਦੀਆਂ ਨੇ। ਦੋਹਰਾ ਦੌਲਤ ਕੈ ਦੈ ਇਸਤਰੀ ਹੋਤੀ ਸੁਤਨ ਬਗੋਰ। ਸੋ ਕਹਿੰਦੇ ਦੌਲਤ ਖਾਨ ਨਵਾਬ ਦੀਆਂ 2 ਇਸਤਰੀਆਂ 2 ਪਤਨੀਆਂ ਸਨ, ਜਿਨ੍ਹਾਂ ਦੇ ਘਰ ਸੰਤਾਨ ਨਹੀਂ ਸੀ। ਕੀਨੀ ਸੇਵਾ ਉਨੇ ਚੋ ਦੋਏ ਤੋ ਜਨਮੈ ਸ਼ੇਰ। ਸੋ ਕਹਿੰਦੇ ਉਹਨਾਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੰਗ ਰੱਖੀ, ਪੁੱਤਰਾਂ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ। ਗੁਰੂ ਨਾਨਕ ਸਾਹਿਬ ਨੇ ਦੋਵਾਂ ਦੇ ਕੁੱਖਾਂ ਨੂੰ ਭਾਗ ਲਾਏ, ਦੋਵਾਂ ਦੇ ਘਰ 2-2 ਪੁੱਤਰਾਂ ਨੇ, ਸ਼ੇਰ ਵਰਗੇ ਪੁੱਤਰਾਂ ਨੇ ਜਨਮ ਲਿਆ। ਚੌਪਈ ਗਾਜੀ ਖਾਂ ਗਜ ਮਸਤ ਸੁਖਾਨ। ਸੋ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਜਿਵੇਂ ਪੁੱਤਰਾਂ ਨੇ ਜਨਮ ਲਿਆ, ਕਹਿੰਦੇ ਪਹਿਲੀ ਇਸਤਰੀ ਦੇ ਕੁੱਖੋਂ ਜਿਨ੍ਹਾਂ ਦਾ ਜਨਮ ਹੋਇਆ, ਇੱਕ ਗਾਜੀ ਖਾਂ ਇੱਕ ਗਜ ਮਸਤ ਖਾਂ, ਇਹ 2 ਪੁੱਤਰਾਂ ਦਾ ਜਨਮ ਹੋਇਆ। ਮੀਰ ਖਾਨਿਓ ਜੋਲ ਖਾਮਾਨ। ਔਰ ਦੂਸਰੀ ਇਸਤਰੀ ਦੇ ਘਰ ਮੀਰ ਖਾਂ ਤੇ ਜੋਲ ਮਾਂ ਖਾਂ, ਇਹਨਾਂ ਦਾ ਜਨਮ ਹੋਇਆ। ਦੌਲਤ ਨਵਾਬ ਖਾਂ, ਦੌਲਤ ਖਾਂ ਦੇ ਘਰ 4 ਪੁੱਤਰਾਂ ਨੇ ਜਨਮ ਲਿਆ, ਉਹਨਾਂ ਦੇ ਨਾਮ ਭਾਈ ਰਤਨ ਸਿੰਘ ਜੀ ਦੱਸਦੇ ਨੇ। ਉਨ ਨਾਰਨ ਬੜ ਚਰਚਾ ਤੋਰੀ। ਹੁਣ ਜਦੋਂ ਦੌਲਤ ਖਾਂ ਨਵਾਬ ਦੇ ਘਰ ਪੁੱਤਰਾਂ ਨੇ ਜਨਮ ਲਿਆ, ਖਾਲਸਾ ਜੀ ਉਹਨੇ ਹੋਰ ਵੀ ਸਿਫਤਾਂ ਗੁਰੂ ਨਾਨਕ ਸਾਹਿਬ ਦੀ ਕੀਤੀਆਂ ਵੀ ਮੇਰੀ ਅਰਦਾਸ ਪੂਰੀ ਹੋ ਗਈ ਹੈ। ਅੱਜ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪੂਰੀ ਹੋ ਜਾਵੇ। ਚਾਅ ਦੇ ਨਾਲ ਜਾ ਕੇ ਸੰਗਤਾਂ ਨੂੰ ਦੱਸਦੇ ਆ ਕਿ ਕਿਤੋਂ ਪੂਰੀ ਨਹੀਂ ਸੀ ਪੈ ਰਹੀ, ਸੁਣੀ ਨਹੀਂ ਸੀ ਜਾ ਰਹੀ। ਅੱਜ ਬਾਬੇ ਨਾਨਕ ਦੇ ਦਰ ਦਾ ਬੂਹਾ ਖੜਕਾਇਆ ਤੇ ਇੱਕ ਪਲ ਨਹੀਂ ਲੱਗਿਆ, ਬਾਬੇ ਨੇ ਝੋਲੀ ਦੇ ਵਿੱਚ ਦਾਤ ਪਾ ਦਿੱਤੀ ਹੈ। ਜਿਹਨੂੰ ਦਾਤ ਮਿਲ ਜਾਵੇ ਉਹ ਤੇ ਫਿਰ ਬਾਬੇ ਦੀਆਂ ਸਿਫਤਾਂ ਕਰਦਾ ਥੱਕਦਾ ਨਹੀਂ। ਇਸੇ ਤਰ੍ਹਾਂ ਦੌਲਤ ਖਾਨ ਨਵਾਬ ਵੀ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰਦਾ ਹੈ। ਕਹੇ ਬਾਬੇ ਦਈ ਆਮਦੋ ਜੋਰੀ। ਸਾਰਿਆਂ ਨੂੰ ਦੱਸਦਾ ਕਿ ਮੈਂ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕੀਤੀ ਤੇ ਮੇਰੇ ਘਰ ਦੇ ਵਿੱਚ 4 ਪੁੱਤਰਾਂ ਨੇ, 2-2 ਜੋੜੀਆਂ ਨੇ ਜਨਮ ਲਿਆ। ਦੋਹਰਾ ਬਾਬੇ ਕੈ ਜੀ ਇਮਹੁਤੀ ਕਿਛ ਰਹੀਏ ਗੁਪਤ ਸੰਸਾਰ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਹੋ ਗਈ, ਸੰਗਤਾਂ ਨੂੰ ਪਤਾ ਲੱਗ ਗਿਆ ਤੇ ਗੁਰੂ ਨਾਨਕ ਸਾਹਿਬ ਮਨ ਵਿੱਚ ਸੋਚਣ ਲੱਗ ਪਏ ਕਿ ਲੁਕਾਈ ਬਹੁਤ ਆਈ ਜਾਂਦੀ ਹੈ, ਥੋੜਾ ਗੁਪਤ ਰਹਿਣਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇਕਾਂਤ ਵਿੱਚ ਰਹਿਣਾ ਪਸੰਦ ਕਰਨ ਲੱਗ ਪਏ, ਗੁਪਤ ਰਹਿਣ ਲੱਗ ਪਏ। ਸੋ ਤੋ ਪ੍ਰਗਟ ਜਗ ਪਿਓ ਜਾਗ ਉਠ ਪਰ ਗਿਓ ਖੁਆਰ। ਪਰ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਕਿਤੇ ਲੁਕਣ ਵਾਲਾ ਥੋੜਾ ਹੈ। ਸੱਚੇ ਪਾਤਸ਼ਾਹ ਦਾ ਪ੍ਰਤਾਪ ਤੇ ਦਿਨ ਬਾ ਦਿਨ ਵੱਧਦਾ ਜਾ ਰਿਹਾ, ਪ੍ਰਗਟ ਹੋ ਰਿਹਾ। ਚੌਪਈ ਪਾਨ ਚੜਿਓ ਕਿਮ ਛਾਏ ਨੋ ਰਹੇ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਖਾਲਸਾ ਜੀ ਇਸ ਤਰ੍ਹਾਂ ਜਿਵੇਂ ਸੂਰਜ ਸੰਸਾਰ ਦੇ ਵਿੱਚ ਆਕਾਸ਼ ਦੇ ਵਿੱਚ ਉਦੇ ਹੋਵੇ, ਪ੍ਰਕਾਸ਼ਮਾਨ ਹੋਵੇ। ਲੱਖ ਬਾਦਲ ਜਿਉ ਟਾਪੋ ਚਾਹੇ। ਕਹਿੰਦੇ ਲੱਖਾਂ ਬਾਦਲ ਆ ਜਾਣ, ਬੱਦਲ ਆ ਜਾਣ, ਸੂਰਜ ਨੂੰ ਲੁਕਾਉਣ ਦਾ ਯਤਨ ਕਰਨ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਵੀ ਸੂਰਜ ਵਰਗਾ ਸੀ। ਜਿਵੇਂ ਲੱਖਾਂ ਧੁੰਦ ਦੇ ਬੱਦਲ ਸੂਰਜ ਦੇ ਪ੍ਰਕਾਸ਼ ਨੂੰ ਲੁਕਾ ਨਹੀਂ ਸਕਦੇ, ਉਸੇ ਤਰ੍ਹਾਂ ਖਾਲਸਾ ਜੀ ਲੱਖਾਂ ਹੀ ਬੱਦਲਾਂ ਵਰਗੇ ਈਰਖਾਲੂ ਲੋਕ ਆ ਜਾਣ,
ਪਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਨੂੰ, ਪ੍ਰਤਾਪ ਨੂੰ ਲੁਕਾ ਨਹੀਂ ਸਣ ਸਕਦੇ, ਕਿਉਂਕਿ ਇਹ ਸੂਰਜਾਂ ਦਾ ਸੂਰਜ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇੱਥੇ ਲੱਖਾਂ ਸੂਰਜਾਂ, ਹਜ਼ਾਰਾਂ ਚੰਦਰਮਾ ਦਾ ਪ੍ਰਕਾਸ਼ ਫਿੱਕਾ ਪੈ ਜਾਂਦਾ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋਏ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਅੱਜ ਦੇ ਦਿਨ ਸਰਵਣ ਕੀਤੀ ਹੈ। ਆਉਣ ਵਾਲੇ ਦਿਨ ਕੱਲ ਵੀ ਆਪਾਂ ਗੁਰੂ ਨਾਨਕ ਸਾਹਿਬ ਦੀ ਸਿਫਤ ਭਾਈ ਰਤਨ ਸਿੰਘ ਭੰਗੂ ਜੀ ਦੇ ਜ਼ੁਬਾਨੀ ਉਹਨਾਂ ਦੇ ਗ੍ਰੰਥ ਦੇ ਵਿੱਚੋਂ ਸਰਵਣ ਕਰਾਂਗੇ। ਆਓ ਅਖੀਰ ਦੇ ਵਿੱਚ ਆਪ ਸਭ ਸੰਗਤਾਂ ਤੋਂ ਹੋਈਆਂ तमाम ਭੁੱਲਾਂ ਦੀ ਖਿਮਾ ਮੰਗਦੇ ਹੋਏ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ ਕਿ ਜੋ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਸੱਚੇ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निदान, जाकै सदा बबेक, हे अपरंपर हर हरे है पी होवनहार, हे संत है के सदा संग निधारा आधार, हे ठाकुर हो दासरो मैं निर्गुण गुण नहीं कोय, नानक दीजै नाम दान राखो हिय परोए, आए प्रभ शरणागति किरपा निध दयाल, एक अखर हर मन बसत नानक होत निहाल, कथा निता प्रत होत है सुनो सुसिंग सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह। परम सन्मानयोग गुरु रूप साध संगत जी, आप जी ਨੂੰ बहुत ही प्रेम प्यार श्रद्धा पूर्वक पंथ प्रकाश गुरु इतिहास ਸਰਵਣ ਕਰਾ ਸੰਸਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ, ਕਨਈਆ 96 ਕਰੋੜੀ ਮੁਖੀ